हाँ जी दोस्तों, स्वागत है ਤੁਹਾਡੇ ਆਪਣੇ YouTube ਚੈਨਲ ਸਟਾਰ ਡਿਜੀਟਲ ਪੰਜਾਬ ਵਿੱਚ, ਜਿਹਦੇ ਵਿੱਚ ਤੁਸੀਂ ਘਰ ਬੈਠੇ ਵੱਖ-ਵੱਖ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ। ਜਿਹੜੇ ਦੋਸਤ ਅੱਜ ਸਾਡੇ YouTube ਚੈਨਲ ਤੇ ਨਵੇਂ ਆਏ ਨੇ, ਉਹ ਚੈਨਲ ਨੂੰ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਦਬਾ ਕੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਆਲ ਤੇ ਜ਼ਰੂਰ ਸੈੱਟ ਕਰ ਲੈਣ, ਤਾਂ ਹੀ ਉਹਨਾਂ ਤੱਕ ਸਾਡੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ। ਦੋਸਤੋ, ਅੱਜ ਜਿਹੜੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਹੜਾ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ LIC ਦਾ ਬੀਮਾ ਕਰਵਾਉਂਦੇ ਹੋ। ਇਹ ਕੰਪਨੀ ਕੀ ਹੈ, ਕਿਵੇਂ ਹੋਂਦ 'ਚ ਆਈ ਹੈ, ਕਿੰਨੇ ਸਾਲ ਤੋਂ ਇਹ ਕੰਮ ਕਰ ਰਹੀ ਹੈ, ਕਿੰਨੇ ਇਹਦੇ ਦਫ਼ਤਰ ਨੇ, ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਦੋਸਤੋ, ਬੀਮੇ ਦਾ ਸੰਖੇਪ ਇਤਿਹਾਸ, ਬੀਮੇ ਦੀ ਕਹਾਣੀ ਸ਼ਾਇਦ ਮਨੁੱਖ ਜਾਤੀ ਦੀ ਕਹਾਣੀ ਜਿੰਨੀ ਹੀ ਪੁਰਾਣੀ ਹੈ। ਉਹੀ ਪ੍ਰਵਿਰਤੀ ਜੋ ਅੱਜ ਆਧੁਨਿਕ ਵਪਾਰੀਆਂ ਨੂੰ ਨੁਕਸਾਨ ਅਤੇ ਤਬਾਹੀ ਤੋਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਪ੍ਰੇਰਦੀ ਹੈ, ਆਦਿ ਮਨੁੱਖ ਵਿੱਚ ਵੀ ਮੌਜੂਦ ਸੀ। ਉਹਨਾਂ ਨੇ ਵੀ ਅੱਗ ਅਤੇ ਹੜ੍ਹ ਅਤੇ ਜਾਨੀ ਨੁਕਸਾਨ ਦੇ ਬੁਰੇ ਨਤੀਜਿਆਂ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਅਤੇ ਸੁਰੱਖਿਆ ਪ੍ਰਾਪਤ ਕਰਨ ਲਈ ਕਿਸੇ ਕਿਸਮ ਦੀ ਕੁਰਬਾਨੀ ਕਰਨ ਲਈ ਤਿਆਰ ਸਨ। ਹਾਲਾਂਕਿ ਬੀਮੇ ਦੀ ਧਾਰਨਾ ਹਾਲ ਹੀ ਦੇ ਅਤੀਤ ਦਾ ਵਿਕਾਸ ਹੈ, ਖਾਸ ਕਰਕੇ ਉਦਯੋਗਿਕ ਯੁੱਗ ਤੋਂ ਬਾਅਦ। ਪਿਛਲੀਆਂ ਕੁਝ ਸਦੀਆਂ ਤੋਂ ਫਿਰ ਵੀ ਇਸ ਦੀ ਸ਼ੁਰੂਆਤ ਲਗਭਗ 6000 ਸਾਲ ਪੁਰਾਣੀ ਹੈ। ਜੀਵਨ ਬੀਮਾ ਇਸ ਦੇ ਆਧੁਨਿਕ ਰੂਪ ਵਿੱਚ ਸਾਲ 1818 ਵਿੱਚ ਇੰਗਲੈਂਡ ਤੋਂ ਭਾਰਤ ਵਿੱਚ ਆਇਆ ਸੀ। ਕਲਕੱਤਾ ਵਿੱਚ ਯੂਰਪੀਅਨ ਲੋਕਾਂ ਦੁਆਰਾ ਸ਼ੁਰੂ ਕੀਤੀ ਗਈ ਜੀਵਨ ਬੀਮਾ ਕੰਪਨੀ ਭਾਰਤੀ ਧਰਤੀ 'ਤੇ ਪਹਿਲੀ ਜੀਵਨ ਬੀਮਾ ਕੰਪਨੀ ਸੀ। ਉਸ ਸਮੇਂ ਦੌਰਾਨ ਸਥਾਪਿਤ ਕੀਤੀਆਂ ਗਈਆਂ ਸਾਰੀ ਬੀਮਾ ਕੰਪਨੀਆਂ ਯੂਰਪੀਅਨ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਬਣਾਈਆਂ ਗਈਆਂ ਸਨ ਅਤੇ ਇਹਨਾਂ ਕੰਪਨੀਆਂ ਦੁਆਰਾ ਭਾਰਤੀ ਮੂਲ ਨਿਵਾਸੀਆਂ ਦਾ ਬੀਮਾ ਨਹੀਂ ਕੀਤਾ ਜਾ ਰਿਹਾ ਸੀ। ਹਾਲਾਂਕਿ ਬਾਅਦ ਵਿੱਚ ਬਾਬੂ ਮੋਤੀ ਲਾਲ ਸੀਲ ਵਰਗੇ ਉੱਘੇ ਲੋਕਾਂ ਦੇ ਯਤਨਾਂ ਨਾਲ ਵਿਦੇਸ਼ੀ ਜੀਵਨ ਬੀਮਾ ਕੰਪਨੀਆਂ ਨੇ ਭਾਰਤੀ ਜੀਵਨ ਦਾ ਬੀਮਾ ਕਰਨਾ ਸ਼ੁਰੂ ਕਰ ਦਿੱਤਾ। ਪਰ ਭਾਰਤੀ ਜੀਵਨ ਨੂੰ ਘਟੀਆ ਜੀਵਨ ਮੰਨਿਆ ਜਾ ਰਿਹਾ ਸੀ ਤੇ ਉਹਨਾਂ ਨੇ ਵਾਧੂ ਪ੍ਰੀਮੀਅਮ ਵਸੂਲੇ ਜਾ ਰਹੇ ਸਨ। ਬੰਬੇ ਮਿਊਚੁਅਲ ਲਾਈਫ ਇੰਸ਼ੋਰੈਂਸ ਸੁਸਾਇਟੀ ਨੇ ਸਾਲ 1870 ਵਿੱਚ ਪਹਿਲੀ ਭਾਰਤੀ ਜੀਵਨ ਬੀਮਾ ਕੰਪਨੀ ਦੇ ਜਨਮ ਦੀ ਸ਼ੁਰੂਆਤ ਕੀਤੀ ਤੇ ਆਮ ਦਰਾਂ 'ਤੇ ਭਾਰਤੀ ਜੀਵਨ ਨੂੰ ਕਵਰ ਕੀਤਾ। ਬਹੁਤ ਹੀ ਦੇਸ਼ ਭਗਤੀ ਦੇ ਇਰਾਦਿਆਂ ਨਾਲ ਭਾਰਤੀ ਉਦਮ ਵਜੋਂ ਸ਼ੁਰੂ ਕਰਦੇ ਹੋਏ ਬੀਮਾ ਕੰਪਨੀਆਂ ਸਮਾਜ ਦੇ ਵੱਖ-ਵੱਖ ਖੇਤਰਾਂ ਤੱਕ ਬੀਮੇ ਰਾਹੀਂ ਬੀਮਾ ਅਤੇ ਸਮਾਜਿਕ ਸੁਰੱਖਿਆ ਦੇ ਸੰਦੇਸ਼ ਨੂੰ ਪਹੁੰਚਾਉਣ ਲਈ ਹੋਂਦ ਵਿੱਚ ਆਈਆਂ। ਭਾਰਤ ਇੰਸ਼ੋਰੈਂਸ ਕੰਪਨੀ 1896 ਵੀ ਰਾਸ਼ਟਰਵਾਦ ਤੋਂ ਪ੍ਰੇਰਿਤ ਅਜਿਹੀਆਂ ਕੰਪਨੀਆਂ ਵਿੱਚੋਂ ਇੱਕ ਸੀ। 1905 ਤੋਂ 1907 ਦੇ ਸਵਦੇਸ਼ੀ ਅੰਦੋਲਨ ਨੇ ਹੋਰ ਬੀਮਾ ਕੰਪਨੀਆਂ ਨੂੰ ਜਨਮ ਦਿੱਤਾ। ਮਦਰਾਸ ਵਿੱਚ ਸੰਯੁਕਤ ਭਾਰਤ, ਕਲਕੱਤਾ ਵਿੱਚ ਰਾਸ਼ਟਰੀ ਭਾਰਤੀ ਤੇ ਰਾਸ਼ਟਰੀ ਬੀਮਾ ਅਤੇ ਲਾਹੌਰ ਵਿਖੇ ਸਹਿਕਾਰੀ ਬੀਮਾ 1906 ਵਿੱਚ ਸਥਾਪਿਤ ਕੀਤਾ ਗਿਆ ਸੀ। 1907 ਵਿੱਚ ਹਿੰਦੁਸਤਾਨ ਕੋਆਪਰੇਟਿਵ ਇੰਸ਼ੋਰੈਂਸ ਕੰਪਨੀ ਨੇ ਜੋਰਾਸਕੋ ਦੇ ਇੱਕ ਕਮਰੇ ਵਿੱਚ ਜਨਮ ਲਿਆ ਸੀ। ਜੋਰਾਸਕੋ ਦੇ ਘਰ ਸੀ ਮਹਾਨ ਕਵੀ ਰਵਿੰਦਰਨਾਥ ਟੈਗੋਰ। ਕਲਕੱਤਾ ਵਿੱਚ ਇੰਡੀਅਨ ਮਰਕੈਂਟਾਈਲ ਜਨਰਲ ਇੰਸ਼ੋਰੈਂਸ ਅਤੇ ਸਵਦੇਸ਼ੀ ਲਾਈਫ, ਬਾਅਦ ਵਿੱਚ ਬੰਬਈ ਲਾਈਫ ਉਸ ਸਮੇਂ ਦੌਰਾਨ ਸਥਾਪਿਤ ਕੁਝ ਕੰਪਨੀਆਂ ਸਨ। 1912 ਤੋਂ ਪਹਿਲਾਂ ਭਾਰਤ ਵਿੱਚ ਬੀਮਾ ਕਾਰੋਬਾਰ ਨੂੰ ਨਿਯਮਿਤ ਕਰਨ ਲਈ ਕੋਈ ਕਾਨੂੰਨ ਨਹੀਂ ਸੀ। ਸਾਲ 1912 ਵਿੱਚ ਜੀਵਨ ਬੀਮਾ ਕੰਪਨੀਆਂ ਐਕਟ ਅਤੇ ਪ੍ਰੋਵੀਡੈਂਟ ਫੰਡ ਐਕਟ ਪਾਸ ਕੀਤੇ ਗਏ। ਲਾਈਫ ਇੰਸ਼ੋਰੈਂਸ ਕੰਪਨੀ ਐਕਟ 1912 ਨੇ ਇਹ ਜ਼ਰੂਰੀ ਕਰ ਦਿੱਤਾ ਕਿ ਕੰਪਨੀਆਂ ਦੇ ਪ੍ਰੀਮੀਅਮ ਰੇਟ ਟੇਬਲ ਅਤੇ ਸਮੇਂ-ਸਮੇਂ 'ਤੇ ਮੁਲਾਂਕਣ ਇੱਕ ਐਕਚੁਅਰੀ ਦੁਆਰਾ ਪ੍ਰਮਾਣਿਤ ਕੀਤੇ ਜਾਣੇ ਚਾਹੀਦੇ ਨੇ। ਪਰ ਇਸ ਐਕਟ ਨੇ ਕਈ ਖਾਤਿਆਂ ਤੇ ਵਿਦੇਸ਼ੀ ਤੇ ਭਾਰਤੀ ਕੰਪਨੀਆਂ ਵਿਚਕਾਰ ਵਿਤਕਰਾ ਕੀਤਾ, ਜਿਸ ਨਾਲ ਭਾਰਤੀ ਕੰਪਨੀਆਂ ਨੂੰ ਨੁਕਸਾਨ ਹੋਇਆ। 20ਵੀਂ ਸਦੀ ਦੇ ਪਹਿਲੇ 2 ਦਹਾਕਿਆਂ ਵਿੱਚ ਬੀਮਾ ਕਾਰੋਬਾਰ 'ਚ ਬਹੁਤ ਵਾਧਾ ਹੋਇਆ। 22.44 ਕਰੋੜ ਰੁਪਏ ਦੇ ਕੁੱਲ ਕਾਰੋਬਾਰ ਵਾਲੀਆਂ 40 ਕੰਪਨੀਆਂ ਤੋਂ 1938 ਵਿੱਚ 298 ਕਰੋੜ ਰੁਪਏ ਦੇ ਕੁੱਲ ਕਾਰੋਬਾਰ ਵਾਲੀਆਂ 176 ਕੰਪਨੀਆਂ ਹੋ ਗਈਆਂ, ਜੋ ਬੁਰੀ ਤਰ੍ਹਾਂ ਅਸਫਲ ਰਹੀਆਂ। ਬੀਮਾ ਐਕਟ 1938 ਪਹਿਲਾ ਕਾਨੂੰਨ ਸੀ ਜੋ ਨਾ ਸਿਰਫ ਜੀਵਨ ਬੀਮਾ ਨੂੰ ਨਿਯੰਤਰਿਤ ਕਰਦਾ ਸੀ, ਸਗੋਂ ਬੀਮਾ ਕਾਰੋਬਾਰ 'ਤੇ ਸਖਤ ਰਾਜ ਨਿਯੰਤਰਣ ਪ੍ਰਦਾਨ ਕਰਨ ਲਈ ਗੈਰ ਜੀਵਨ ਬੀਮਾ ਵੀ ਸੀ। ਜੀਵਨ ਬੀਮਾ ਉਦਯੋਗ ਦੇ ਰਾਸ਼ਟਰੀਕਰਨ ਦੀ ਮੰਗ ਅਤੀਤ 'ਚ ਵਾਰ-ਵਾਰ ਕੀਤੀ ਗਈ ਸੀ, ਪਰ ਇਸ ਨੇ 1944 ਵਿੱਚ ਗਤੀ ਫੜੀ ਜਦੋਂ ਜੀਵਨ ਬੀਮਾ ਐਕਟ 1938 'ਚ ਸੋਧ ਕਰਨ ਲਈ ਇੱਕ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ। ਹਾਲਾਂਕਿ ਬਹੁਤ ਬਾਅਦ ਵਿੱਚ 19 ਜਨਵਰੀ 1956 ਨੂੰ ਭਾਰਤ ਵਿੱਚ ਜੀਵਨ ਬੀਮਾ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ। ਰਾਸ਼ਟਰੀਕਰਨ ਦੇ ਸਮੇਂ ਭਾਰਤ 'ਚ ਲਗਭਗ 154 ਭਾਰਤੀ ਬੀਮਾ ਕੰਪਨੀਆਂ
16 ਗੈਰ ਭਾਰਤੀ ਕੰਪਨੀਆਂ ਅਤੇ 75 ਪ੍ਰੋਵੀਡੈਂਟ ਫੰਡ ਕੰਪਨੀਆਂ ਕੰਮ ਕਰ ਰਹੀਆਂ ਸਨ। ਰਾਸ਼ਟਰੀਕਰਨ 2 ਪੜਾਵਾਂ ਵਿੱਚ ਪੂਰਾ ਕੀਤਾ ਗਿਆ ਸੀ। ਸ਼ੁਰੂ ਵਿੱਚ ਕੰਪਨੀਆਂ ਦੇ ਪ੍ਰਬੰਧਨ ਨੂੰ ਇੱਕ ਆਰਡੀਨੈਂਸ ਦੁਆਰਾ ਅਤੇ ਬਾਅਦ ਵਿੱਚ ਇੱਕ ਵਿਆਪਕ ਬਿੱਲ ਦੇ ਮਾਧਿਅਮ ਦੁਆਰਾ ਮਲਕੀਅਤ ਨੂੰ ਆਪਣੇ ਭਾਰਤੀ ਜੀਵਨ ਬੀਮਾ ਨਿਗਮ ਦੀ ਸਥਾਪਨਾ 1 ਸਤੰਬਰ 1956 ਨੂੰ ਕੀਤੀ ਗਈ ਸੀ। ਭਾਵ ਕਿ LIC ਜਿਹੜੀ ਹੈ ਹੋਂਦ 'ਚ ਆਈ ਸੀ 1 ਸਤੰਬਰ 1956 ਨੂੰ, ਜਿਸ ਦਾ ਉਦੇਸ਼ ਜੀਵਨ ਬੀਮਾ ਨੂੰ ਵਧੇਰੇ ਵਿਆਪਕ ਅਤੇ ਖਾਸ ਤੌਰ 'ਤੇ ਪੇਂਡੂ ਖੇਤਰਾਂ 'ਚ ਫੈਲਾਉਣਾ ਸੀ। ਦੇਸ਼ ਦੇ ਸਾਰੇ ਬੀਮਾਯੋਗ ਵਿਅਕਤੀਆਂ ਤੱਕ ਪਹੁੰਚਣ ਦਾ ਦ੍ਰਿਸ਼ਟੀਕੋਣ ਉਹਨਾਂ ਨੂੰ ਵਾਜਬ ਕੀਮਤ 'ਤੇ ਢੁਕਵਾਂ ਵਿੱਤੀ ਕਵਰ ਪ੍ਰਦਾਨ ਕਰਨਾ। ਸਾਲ 1956 'ਚ LIC ਦੇ ਕਾਰਪੋਰੇਟ ਦਫ਼ਤਰ ਤੋਂ ਇਲਾਵਾ 5 ਜ਼ੋਨਲ ਦਫ਼ਤਰ, 33 ਡਿਵੀਜ਼ਨਲ ਦਫ਼ਤਰ ਅਤੇ 212 ਸਾਖਾ ਦਫ਼ਤਰ ਸਨ। ਜੀਵਨ ਬੀਮਾ ਇਕਰਾਰਨਾਮੇ ਹਨ। ਲੰਬੇ ਸਮੇਂ ਦੇ ਇਕਰਾਰਨਾਮੇ ਅਤੇ ਪਾਲਿਸੀ ਦੀ ਮੁਦਰਾ ਦੇ ਦੌਰਾਨ ਇਸ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਦੀ ਲੋੜ ਹੁੰਦੀ ਹੈ, ਜੋ ਬਾਅਦ ਦੇ ਸਾਲਾਂ ਵਿੱਚ ਕਾਰਜਾਂ ਦਾ ਵਿਸਥਾਰ ਕਰਨ ਅਤੇ ਹਰੇਕ ਜ਼ਿਲ੍ਹਾ ਹੈੱਡਕੁਆਰਟਰ 'ਤੇ ਇੱਕ ਸਾਖਾ ਦਫ਼ਤਰ ਰੱਖਣ ਲਈ ਮਹਿਸੂਸ ਕੀਤਾ ਗਿਆ ਸੀ। LIC ਦਾ ਪੁਨਰਗਠਨ ਹੋਇਆ ਅਤੇ ਵੱਡੀ ਗਿਣਤੀ 'ਚ ਨਵੇਂ ਸਾਖਾ ਦਫ਼ਤਰ ਖੋਲ੍ਹੇ ਗਏ। ਪੁਨਰਗਠਨ ਦੇ ਨਤੀਜੇ ਵਜੋਂ ਸਰਵਿਸਿੰਗ ਫੰਕਸ਼ਨਾਂ ਨੂੰ ਸ਼ਾਖਾਵਾਂ ਵਿੱਚ ਤਬਦੀਲ ਕੀਤਾ ਗਿਆ ਅਤੇ ਸ਼ਾਖਾਵਾਂ ਨੂੰ ਲੇਖਾਕਾਰੀ ਯੂਨਿਟ ਬਣਾਇਆ ਗਿਆ। ਇਸ ਨੇ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ਦੇ ਨਾਲ ਹੈਰਾਨੀਜਨਕ ਕੰਮ ਕੀਤਾ। ਇਹ ਦੇਖਿਆ ਜਾ ਸਕਦਾ ਹੈ ਕਿ ਲਗਭਗ 200 ਕਰੋੜ ਤੋਂ 1957 ਵਿੱਚ ਨਵਾਂ ਕਾਰੋਬਾਰ ਸਿਰਫ ਸਾਲ 1969 ਤੋਂ 70 ਵਿੱਚ ਕਾਰਪੋਰੇਸ਼ਨ ਨੇ 1000 ਕਰੋੜ ਨੂੰ ਪਾਰ ਕੀਤਾ ਅਤੇ LIC ਨੂੰ ਨਵੇਂ ਕਾਰੋਬਾਰ ਦੇ 2000 ਕਰੋੜ ਦੇ ਅੰਕੜੇ ਨੂੰ ਪਾਰ ਕਰਨ 'ਚ 10 ਸਾਲ ਲੱਗ ਗਏ। ਪਰ 80ਵਿਆਂ ਦੇ ਸ਼ੁਰੂ ਵਿੱਚ ਹੋ ਰਹੇ ਪੁਨਰਗਠਨ ਦੇ ਨਾਲ 1985 ਤੋਂ 86 ਤੱਕ LIC ਨੇ ਪਹਿਲਾਂ ਹੀ ਨਵੀਆਂ ਨੀਤੀਆਂ ਉੱਤੇ 7000 ਕਰੋੜ ਬੀਮੇ ਦੀ ਰਕਮ ਨੂੰ ਪਾਰ ਕਰ ਲਿਆ। ਅੱਜ LIC 2048 ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਸਾਖਾ ਦਫ਼ਤਰਾਂ, 113 ਡਿਵੀਜ਼ਨਲ ਦਫ਼ਤਰਾਂ, 8 ਜ਼ੋਨਲ ਦਫ਼ਤਰਾਂ, 1381 ਦਫ਼ਤਰਾਂ ਅਤੇ ਸਮੂਹਾਂ ਦੇ ਨਾਲ ਕੰਮ ਕਰ ਰਹੀ ਹੈ। ਕਾਰਪੋਰੇਟ ਦਫ਼ਤਰ LIC ਦਾ ਵਾਈਡ ਏਰੀਆ ਨੈਟਵਰਕ 113 ਡਿਵੀਜ਼ਨਲ ਦਫ਼ਤਰਾਂ ਨੂੰ ਕਵਰ ਕਰਦਾ ਹੈ ਅਤੇ ਸਾਰੀਆਂ ਬ੍ਰਾਂਚਾਂ ਨੂੰ ਮੈਟਰੋ ਏਰੀਆ ਨੈਟਵਰਕ ਰਾਹੀਂ ਜੋੜਦਾ ਹੈ। LIC ਨੇ ਚੁਣੇ ਹੋਏ ਸ਼ਹਿਰਾਂ ਵਿੱਚ ਆਨਲਾਈਨ ਪ੍ਰੀਮੀਅਮ ਕਲੈਕਸ਼ਨ ਸਹੂਲਤ ਦੀ ਪੇਸ਼ਕਸ਼ ਕਰਨ ਲਈ ਕੁਝ ਬੈਂਕਾਂ ਅਤੇ ਸੇਵਾ ਪ੍ਰਦਾਤਾਵਾਂ ਨਾਲ ਸਮਝੌਤਾ ਕੀਤਾ ਹੈ। LIC ਦੀ ECS ਅਤੇ ATM ਪ੍ਰੀਮੀਅਮ ਭੁਗਤਾਨ ਸਹੂਲਤ ਗਾਹਕਾਂ ਦੀ ਸਹੂਲਤ ਲਈ ਇੱਕ ਵਾਧਾ ਹੈ। ਆਨਲਾਈਨ ਕਿਓਸਕ ਅਤੇ IVRS ਤੋਂ ਇਲਾਵਾ ਮੁੰਬਈ, ਅਹਿਮਦਾਬਾਦ, ਬੰਗਲੌਰ, ਚੇਨਈ, ਹੈਦਰਾਬਾਦ, ਕੋਲਕਾਤਾ, ਨਵੀਂ ਦਿੱਲੀ, ਪੁਣੇ ਅਤੇ ਹੋਰ ਕਈ ਸ਼ਹਿਰਾਂ 'ਚ ਸੂਚਨਾ ਕੇਂਦਰ ਚਾਲੂ ਕੀਤੇ ਗਏ। ਆਪਣੇ ਪਾਲਿਸੀ ਧਾਰਕਾਂ ਨੂੰ ਆਸਾਨ ਜਿਹੜੀ ਸੁਵਿਧਾ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਨਾਲ LIC ਨੇ ਆਪਣੇ ਸੈਟੇਲਾਈਟ ਸੰਪਰਕ ਦਫ਼ਤਰਾਂ ਦੀ ਸ਼ੁਰੂਆਤ ਕੀਤੀ। ਸੈਟੇਲਾਈਟ ਦਫ਼ਤਰ ਛੋਟੇ, ਪਤਲੇ ਅਤੇ ਗਾਹਕ ਦੇ ਨੇੜੇ ਹਨ। ਸੈਟੇਲਾਈਟ ਦਫ਼ਤਰਾਂ ਦੇ ਡਿਜੀਟਲਾਈਜ਼ਡ ਰਿਕਾਰਡ ਭਵਿੱਖ ਵਿੱਚ ਕਿਤੇ ਵੀ ਸੇਵਾ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦੀ ਸਹੂਲਤ ਪ੍ਰਦਾਨ ਕਰਨਗੇ। ਉਦੋਂ ਤੋਂ ਹੁਣ ਤੱਕ LIC ਨੇ ਕਈ ਮੀਲ ਪੱਥਰ ਪਾਰ ਕੀਤੇ ਅਤੇ ਜੀਵਨ ਬੀਮਾ ਕਾਰੋਬਾਰ ਦੇ ਵੱਖ-ਵੱਖ ਪਹਿਲੂਆਂ ਵਿੱਚ ਬੇਮਿਸਾਲ ਪ੍ਰਦਰਸ਼ਨ ਦੇ ਰਿਕਾਰਡ ਬਣਾਏ। ਉਹੀ ਮਨੋਰਥ ਜਿਨ੍ਹਾਂ ਨੇ ਸਾਡੇ ਪੂਰਵਜਾਂ ਨੂੰ ਇਸ ਦੇਸ਼ ਵਿੱਚ ਬੀਮਾ ਹੋਂਦ 'ਚ ਲਿਆਉਣ ਲਈ ਪ੍ਰੇਰਿਤ ਕੀਤਾ। ਸਾਨੂੰ LIC 'ਚ ਸੁਰੱਖਿਆ ਦੇ ਇਸ ਸੰਦੇਸ਼ ਨੂੰ ਲੈ ਕੇ ਵੱਧ ਤੋਂ ਵੱਧ ਘਰਾਂ ਵਿੱਚ ਸੁਰੱਖਿਆ ਦੇ ਦੀਵੇ ਜਗਾਉਣ ਅਤੇ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਸਹਾਇਤਾ ਕਰਨ ਲਈ ਪ੍ਰੇਰਿਤ ਕਰਦੇ ਨੇ। ਸੋ ਇਹ ਸੀ ਅੱਜ ਦੀ ਜਿਹੜੀ ਵੱਡੀ ਅਪਡੇਟ, ਜਿਹੜੀ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕੀਤੀ। ਤੁਸੀਂ ਜੀਵਨ ਬੀਮਾ ਆਪਣਾ ਕਰਵਾ ਹੀ ਰੱਖਿਆ, ਕਈਆਂ ਨੇ ਅੱਗੇ ਵੀ ਕਰਵਾਉਣਾ ਹੈ, ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ LIC ਜਿਹੜੀ ਤੋਂ ਅਸੀਂ ਬੀਮਾ ਕਰਵਾ ਰਹੇ ਹਾਂ ਕੰਪਨੀ ਤੋਂ, ਉਹ ਕਦੋਂ ਹੋਂਦ 'ਚ ਆਈ ਅਤੇ ਕੀ ਇਹਦਾ ਜਿਹੜਾ ਬੇਸ ਸੀ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਜੇਕਰ ਪਸੰਦ ਆਈ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟ ਜ਼ਰੂਰ ਕਰ ਦੇਣਾ। ਅਤੇ ਮਿਲਦੇ ਹਾਂ ਅਗਲੀ ਨਵੀਂ ਅਪਡੇਟ ਲੈ ਕੇ ਜਲਦੀ। ਤਦ ਤੱਕ ਲਈ ਧੰਨਵਾਦ।